ਸਾਧ ਸੰਗਤ ਜੀ, ਸਾਉਣ ਦਾ ਮਹੀਨਾ ਚੱਲ ਰਿਹਾ ਹੈ, ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ। ਔਰ ਕੱਲ੍ਹ ਦੇ ਦਿਨ ਰੱਖੜੀ ਦਾ ਤਿਉਹਾਰ ਵੀ ਵਿਸ਼ਵ ਪੱਧਰ 'ਤੇ ਹਰ ਘਰ ਦੇ ਵਿੱਚ ਮਨਾਇਆ ਜਾਣਾ ਹੈ। ਅੱਜ ਆਪਾਂ ਰੱਖੜੀ ਬਾਰੇ ਵਿਚਾਰ ਕਰਨੀ ਹੈ ਕਿ ਇਹ ਸਿੱਖਾਂ ਦਾ ਤਿਉਹਾਰ ਹੈ ਜਾਂ ਨਹੀਂ। ਔਰ ਸਭ ਤੋਂ ਵੱਡਾ ਸਵਾਲ ਜਿਹੜਾ ਸਿੱਖ ਕੌਮ ਦੇ ਅੰਦਰ, ਸਿੱਖ ਸਮਾਜ ਦੇ ਅੰਦਰ, ਖਾਲਸਾ ਧਰਮ ਦੇ ਅੰਦਰ ਖੜਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੇਬੇ ਨਾਨਕੀ ਨੇ ਰੱਖੜੀ ਬੰਨੀ ਜਾਂ ਨਹੀਂ ਬੰਨੀ। ਔਰ ਇਹ ਫੋਟੋਆਂ ਦੁਆਰਾ ਦਰਸਾਇਆ ਗਿਆ ਹੈ ਔਰ ਹਰ ਇੱਕ ਸਿੱਖ ਵੀ ਰੱਖੜੀ ਦੇ ਤਿਉਹਾਰ ਨੂੰ ਮਨਾਉਂਦਾ ਹੈ। ਆਪਾਂ ਇਸ ਬਾਰੇ ਵਿਚਾਰ ਸਾਂਝੇ ਕਰਨੇ ਨੇ। ਵਿਚਾਰਾਂ ਦੀ ਸਾਂਝ ਕਰਾਂ ਇਸ ਤੋਂ ਪਹਿਲਾਂ ਗੁਰੂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰਨੀ। ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਖੜੀ ਦਾ ਤਿਉਹਾਰ ਭਾਵੇਂ ਸ਼੍ਰੀ ਕ੍ਰਿਸ਼ਨ ਜੀ ਦੇ ਸਮੇਂ ਦੇ ਅੰਦਰ, ਜਦੋਂ ਸ਼੍ਰੀ ਕ੍ਰਿਸ਼ਨ ਜੀ ਨੂੰ ਹੱਥ ਦੀ ਉਂਗਲੀ ਤੇ ਚੋਟ ਲੱਗੀ ਹੈ ਤੇ ਉਸ ਵੇਲੇ ਦ੍ਰੋਪਦੀ ਨੇੜੇ ਸੀ, ਉਸਨੇ ਆਪਣੀ ਧੋਤੀ ਫਾੜ ਕੇ ਉਹਨਾਂ ਦੀ ਉਂਗਲੀ ਤੇ ਬੰਨ੍ਹ ਦਿੱਤੀ ਹੈ ਔਰ ਉਸ ਨੂੰ ਸ਼੍ਰੀ ਕ੍ਰਿਸ਼ਨ ਜੀ ਨੇ ਰੱਖੜੀ ਦੇ ਧਾਗੇ ਦਾ ਸੂਚਕ ਮੰਨ ਲਿਆ। ਔਰ ਜਦੋਂ ਦ੍ਰੋਪਦੀ ਦੀ ਲਾਜਪਤ ਉਧੇੜੀ ਜਾਣ ਲੱਗੀ ਹੈ ਦੁਰਯੋਧਨ ਦੀ ਸਭਾ ਦੇ ਅੰਦਰ, ਤੇ ਉਸ ਵੇਲੇ ਵੱਡੇ ਵੱਡੇ ਭੀਸ਼ਮ ਪਿਤਾਮਾ ਵਰਗੇ ਭਾਵੇਂ ਕੁਝ ਵੀ ਨਾ ਕਰ ਸਕੇ, ਪਰ ਉਹ ਹੱਥ ਤੇ ਬੰਨੀ ਹੋਈ ਇੱਕ ਛੋਟੀ ਜਿਹੀ ਲੀਰ ਦੇ ਸਦਕਾ ਸ਼੍ਰੀ ਕ੍ਰਿਸ਼ਨ ਜੀ ਨੇ ਆ ਕੇ ਉਹਦੀ ਇੱਜ਼ਤ ਪੱਤ ਬਚਾਈ। ਔਰ ਇਸ ਤਰ੍ਹਾਂ ਕਹਿੰਦੇ ਨੇ ਰੱਖੜੀ ਦਾ ਤਿਉਹਾਰ ਹੋਂਦ ਦੇ ਵਿੱਚ ਆਇਆ। ਔਰ ਇਸ ਤੋਂ ਬਾਅਦ ਹਿਮਾਯੂ ਦੇ ਸ਼ਾਸਨ ਕਾਲ ਦੇ ਵਿੱਚ ਰਾਣੀ ਕਰਣਾਵਤੀ, ਜੋ ਰਾਜਸਥਾਨ ਦੇ ਚਿਤੌੜਗੜ੍ਹ ਦੀ ਰਾਣੀ ਸੀ, ਉਸਨੇ ਆਪਣੇ ਸਮੇਂ ਦੇ ਅੰਦਰ ਆਪਣੀ ਰੱਖਿਆ ਦੇ ਲਈ ਇੱਕ ਰੱਖੜੀ ਹਿਮਾਯੂ ਨੂੰ ਭੇਜੀ ਹੈ। ਔਰ ਹਿਮਾਯੂ ਉਸ ਨੂੰ ਆਦਰ ਮਾਣ ਸਤਿਕਾਰ ਦਿੰਦਾ ਸੀ। ਭੈਣ ਵਜੋਂ ਇੱਕ ਰੱਖਿਆ ਦਾ ਧਾਗਾ ਭੇਜਿਆ ਹੈ ਔਰ ਰੱਖਿਆ ਦੀ ਮੰਗ ਕੀਤੀ ਹੈ ਕਿ ਮੈਂ ਇਸ ਵੇਲੇ ਮੁਸੀਬਤ ਦੇ ਵਿੱਚ ਹਾਂ, ਇਸ ਵੇਲੇ ਔਖੀ ਘੜੀ ਦੇ ਵਿੱਚ ਹਾਂ, ਤੇ ਆ ਕੇ ਮੇਰੀ ਰੱਖਿਆ ਕਰੋ। ਹਿਮਾਯੂ ਨੇ ਰੱਖਿਆ ਦਾ ਪ੍ਰਣ ਲਿਆ, ਪਰ ਚਿੱਠੀ ਲੇਟ ਪਹੁੰਚਣ ਦੇ ਕਰਕੇ, ਸੰਦੇਸ਼ ਲੇਟ ਪਹੁੰਚਣ ਦੇ ਕਰਕੇ ਹਿਮਾਯੂ ਲੇਟ ਪਹੁੰਚਿਆ। 1535 ਦੇ ਵਿੱਚ ਇਹ ਚਿੱਠੀ ਹਿਮਾਯੂ ਦੇ ਕੋਲ ਪਹੁੰਚੀ ਹੈ, ਰਾਣੀ ਕਰਣਾਵਤੀ ਨੇ ਜੋ ਲਿਖੀ ਹੈ। ਔਰ 1535 ਦੇ ਵਿੱਚ ਹਿਮਾਯੂ ਦੇ ਪਹੁੰਚਣ ਤੋਂ ਪਹਿਲਾਂ ਰਾਣੀ ਕਰਣਾਵਤੀ ਹੋਰ ਔਰਤਾਂ ਦੇ ਸਮੇਤ ਆਪਣੇ ਕਿਲੇ ਦੇ ਵਿੱਚ ਉਸਨੇ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦਾ ਕਾਰਨ ਸੀ ਰਾਜਾ ਬਹਾਦਰ ਸ਼ਾਹ, ਜੋ ਗੁਜਰਾਤ ਦਾ ਰਾਜਾ ਸੀ, ਉਸਨੇ ਚਿਤੌੜ ਦੇ ਉੱਤੇ ਆਕਰਮਣ ਕੀਤਾ ਹੈ। ਤੇ ਉਸ ਵੇਲੇ ਵਿਕਰਮਾਦਿੱਤ ਦੀ ਉਮਰ ਬੜੀ ਛੋਟੀ ਸੀ, ਜੋ ਰਾਣੀ ਕਰਣਾਵਤੀ ਦਾ ਪੁੱਤਰ ਸੀ। ਔਰ ਰਾਣੀ ਕਰਣਾਵਤੀ ਮਹਾਰਾਣਾ ਸਾਂਗਾ ਦੀ ਪਤਨੀ ਸੀ। ਮਹਾਰਾਣਾ ਸਾਂਗਾ ਯੁੱਧ ਦੇ ਵਿੱਚ ਮਾਰਿਆ ਗਿਆ ਬਾਬਰ ਦੇ ਹੱਥੋਂ। ਤੇ ਉਸ ਤੋਂ ਬਾਅਦ ਹਿਮਾਯੂ ਜਦੋਂ ਗੱਦੀ ਤੇ ਬੈਠਾ ਹੈ, ਔਰ ਹਿਮਾਯੂ ਦਾ ਜਨਮ ਹੈ 1508 ਦਾ। ਪਹਿਲਾਂ ਮੈਂ ਜ਼ਿਕਰ ਕਰਦਿਆਂ ਬੇਬੇ ਨਾਨਕੀ ਦਾ ਜ਼ਿਕਰ ਵੀ ਆਉਣਾ ਹੈ ਇਸ ਕਾਲ ਦੇ ਵਿੱਚ ਹੀ। ਤੇ ਪਹਿਲਾਂ ਜ਼ਿਕਰ ਕਰਦਿਆਂ ਹਿਮਾਯੂ ਦਾ ਜਨਮ 1508 ਦਾ ਹੈ ਤੇ 1556 ਦੇ ਵਿੱਚ ਹਿਮਾਯੂ ਦੀ ਮੌਤ ਹੋ ਗਈ। 1556 ਦੇ ਵਿੱਚ ਉਹਦੀ ਮੌਤ ਹੋਈ ਹੈ। ਔਰ 1535 ਦੇ ਵਿੱਚ ਪਹਿਲੀ ਵਾਰ ਖੁੱਲ ਕੇ ਰਾਣੀ ਕਰਣਾਵਤੀ ਵੱਲੋਂ ਭੇਜਿਆ ਹੋਇਆ ਧਾਗਾ ਸਾਹਮਣੇ ਆਉਂਦਾ ਹੈ ਰੱਖਿਆ ਦਾ। 1535 ਦੇ ਵਿੱਚ
ਜਦੋਂ ਕਿ 1530 ਦੇ ਵਿੱਚ ਹਿਮਾਯੂ ਗੱਦੀ ਤੇ ਬੈਠਾ। 1530 ਤੋਂ ਲੈ ਕੇ 1540 ਤੱਕ ਉਹਨੇ ਰਾਜ ਕੀਤਾ। ਫਿਰ 1555 ਤੋਂ ਲੈ ਕੇ 1556 ਦੇ ਵਿੱਚ ਰਾਜ ਕੀਤਾ ਦੁਬਾਰਾ। ਇਸ ਕਹਾਣੀ ਦਾ ਜ਼ਿਕਰ ਜੇਮਸ ਸਟਾਰਡ ਨਾਂ ਦੇ ਇੱਕ ਅੰਗਰੇਜ਼ ਨੇ, ਜੋ ਮੇਵਾੜ ਦੀ ਅਦਾਲਤ ਦੇ ਵਿੱਚ ਕਰਮਚਾਰੀ ਸੀ, ਉਸ ਨੇ ਇੱਕ ਪੁਸਤਕ ਲਿਖੀ ਸੀ, ਐਨਾਲਸ ਐਂਡ ਐਂਟੀਕੁਆਇਟਸ ਆਫ ਰਾਜਸਥਾਨ। ਇਹ ਜਦੋਂ ਉਸਨੇ ਪੁਸਤਕ ਲਿਖੀ, ਉਹਦੇ ਵਿੱਚ ਇਸ ਕਹਾਣੀ ਦਾ, ਰਾਣੀ ਕਰਨਾਵਤੀ ਦੀ ਕਹਾਣੀ ਦਾ ਉਸਨੇ ਜ਼ਿਕਰ ਕੀਤਾ। ਭਾਵੇਂ ਬਹੁਤ ਸਾਰੇ ਇਤਿਹਾਸਕਾਰਾਂ ਨੇ ਇਸ ਨੂੰ ਝੁਠਲਾ ਦਿੱਤਾ। ਕਈ ਇਤਿਹਾਸਕਾਰਾਂ ਨੇ ਇਸ ਦਾ ਜ਼ਿਕਰ ਕੀਤਾ। 1535 ਦੇ ਵਿੱਚ ਪਹਿਲੀ ਵਾਰ ਰਕਸ਼ਾ ਦਾ ਧਾਗਾ ਜਿਹੜਾ ਸੀ ਰਾਣੀ ਕਰਨਾਵਤੀ ਨੇ ਭੇਜਿਆ, ਜੋ ਪੂਰਨ ਤੌਰ ਤੇ ਉੜ ਕੇ ਸਾਹਮਣੇ ਆਉਂਦਾ ਹੈ ਪਹਿਲੀ ਵਾਰ। ਤੇ ਜੇ ਬੇਬੇ ਨਾਨਕੀ ਜੀ ਦੀ ਗੱਲ ਕਰੀਏ ਤੇ ਬੇਬੇ ਨਾਨਕੀ 1508 ਦੇ ਵਿੱਚ ਜਨਮ ਹਿਮਾਯੂ ਦਾ ਹੈ ਤੇ 1518 ਦੇ ਵਿੱਚ ਅਕਾਲ ਚਲਾਣਾ ਹੈ ਬੇਬੇ ਨਾਨਕੀ ਜੀ ਦਾ, ਔਰ 1464 ਦੇ ਵਿੱਚ ਉਹਨਾਂ ਦਾ ਜਨਮ ਹੈ ਪਿੰਡ ਚਾਹਲ, ਕਸੂਰ, ਪਾਕਿਸਤਾਨ ਦੇ ਵਿੱਚ। ਉੱਥੋਂ ਦਾ ਉਹਨਾਂ ਦਾ ਜਨਮ ਹੈ। ਔਰ 1508 ਦੇ ਵਿੱਚ ਬੇਬੇ ਨਾਨਕੀ ਜੀ ਦਾ ਅਕਾਲ ਚਲਾਣਾ ਹੁੰਦਾ ਹੈ। ਜਿਹੜੇ ਧੰਨ ਗੁਰੂ ਨਾਨਕ ਸਾਹਿਬ ਉਹਨਾਂ ਦੀ ਚਿਖਾ ਨੂੰ ਅਗਨ ਭੇਟ ਕਰਦੇ ਨੇ, ਤੇ ਅਗਨ ਭੇਟ ਕਰਕੇ ਜਦੋਂ ਵਾਪਸ ਆਉਣ ਲੱਗੇ ਨੇ ਤੇ ਉਸ ਵੇਲੇ ਜੀਜਾ ਜੈ ਸਿੰਘ ਜੀ ਕਹਿਣ ਲੱਗੇ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਤੁਸੀਂ ਬੇਬੇ ਨਾਨਕੀ ਦੇ ਵੀਰ ਹੋ। ਬੇਬੇ ਨਾਨਕੀ ਤੁਹਾਨੂੰ ਅੱਤ ਦਾ ਸਤਿਕਾਰ ਦਿੰਦੀ ਸੀ, ਸਨਮਾਨ ਦਿੰਦੀ ਸੀ, ਆਪਣਾ ਰੱਬ ਵਰਗਾ ਭਰਾ ਤੁਹਾਨੂੰ ਸਮਝਦੀ ਸੀ, ਰੱਬ ਵਾਂਗੂ ਤੁਹਾਨੂੰ ਪੂਜਦੀ ਸੀ। ਤੇ ਅਗਰ ਮੇਰੀ ਅਰਜ਼, ਮੇਰੀ ਬੇਨਤੀ ਪ੍ਰਵਾਨ ਕਰੋ ਤੇ 3 ਦਿਨ ਹੋਰ ਠਹਿਰ ਜਾਓ। ਸਤਿਗੁਰੂ ਨਾਨਕ ਸਾਹਿਬ ਕਹਿਣ ਲੱਗੇ, ਕੀ ਹੋ ਗਿਆ? 3 ਦਿਨ ਲਈ ਕਿਉਂ? ਕਹਿਣ ਲੱਗੇ, ਇਸ ਕਰਕੇ ਕਿ 3 ਦਿਨਾਂ ਬਾਅਦ ਮੈਂ ਵੀ ਪ੍ਰਾਣ ਤਿਆਗ ਦੇਣੇ ਨੇ, ਤੇ ਮੇਰੀ ਇਹ ਆਖਰੀ ਇੱਛਾ ਹੈ ਕਿ ਮੇਰੀ ਚਿਤਾ ਨੂੰ ਅਗਨ ਭੇਟ ਤੁਸੀਂ ਕਰੋ। ਭਾਵ ਤੁਸੀਂ ਅਗਨੀ ਦਿਓ ਮੇਰੇ ਚਿਖਾ ਨੂੰ, ਮੇਰੀ ਇਹ ਮਨ ਦੀ ਇੱਛਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹੱਥੀ ਜੀਜਾ ਜੈ ਸਿੰਘ ਦੀ ਚਿਖਾ ਨੂੰ ਅਗਨੀ ਦਿੱਤੀ ਹੈ, ਲਾਂਬੂ ਲਾਇਆ ਹੈ। ਤੇ 1508 ਦੇ ਵਿੱਚ ਅਕਾਲ ਚਲਾਣਾ ਹੈ ਬੇਬੇ ਨਾਨਕੀ ਜੀ ਦਾ, ਤੇ 1518 ਦੇ ਵਿੱਚ ਹਿਮਾਯੂ ਦਾ ਜਨਮ ਹੈ। ਉਦੋਂ 10 ਸਾਲ ਦੀ ਉਮਰ ਸੀ ਹਿਮਾਯੂ ਦੀ। ਤੇ ਪਹਿਲੀ ਵਾਰ ਰਖੜੀ ਉਗੜ ਕੇ ਆਉਂਦੀ ਹੈ 1535 ਦੇ ਵਿੱਚ। ਜੇ ਇਤਿਹਾਸ ਦੀ ਇਸ ਗੱਲ ਨੂੰ ਵੇਖੀਏ ਸਾਹਮਣੇ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਜਿਹੜੀ ਰਖੜੀ ਬੰਨਣ ਵਾਲੀ ਤਸਵੀਰ ਸਾਡੇ ਸਾਹਮਣੇ ਆਉਂਦੀ ਹੈ ਬੇਬੇ ਨਾਨਕੀ ਦੀ, ਕਿ ਬੇਬੇ ਨਾਨਕੀ ਨੇ ਉਹਨਾਂ ਨੂੰ ਰਖੜੀ ਬੰਨੀ ਹੈ, ਇਹ ਦਰਸਾਇਆ ਗਿਆ। ਜਿਸ ਤਸਵੀਰ ਦੇ ਅੰਦਰ, ਉਹ ਤਸਵੀਰ ਝੂਠੀ ਜਾਪਦੀ ਹੈ, ਮਨੋਕਲਪਿਤ ਜਾਪਦੀ ਹੈ, ਜੇ ਇਤਿਹਾਸ ਨੂੰ ਵੇਖਿਆ ਜਾਵੇ, ਪੜ੍ਹਿਆ ਜਾਵੇ। ਔਰ ਜੇਮਸ ਸਟਾਰਡ ਇਹ ਗੱਲ ਕਹਿੰਦਾ ਹੈ, ਅੰਗਰੇਜ਼, ਕਿ ਰਖੜੀ ਉਸ ਵੇਲੇ ਭੇਜੀ ਜਾਂਦੀ ਸੀ, ਰਕਸ਼ਾ ਦਾ ਧਾਗਾ ਉਸ ਵੇਲੇ ਭੇਜਿਆ ਜਾਂਦਾ ਸੀ ਜਦੋਂ ਇਸਤਰੀ ਦੇ ਉੱਤੇ ਅੱਤ ਦੀ ਮੁਸੀਬਤ ਹੁੰਦੀ ਸੀ, ਅੱਤ ਦਾ ਖਤਰਾ ਹੁੰਦਾ ਸੀ ਕਿਸੇ ਔਰਤ ਨੂੰ, ਤੇ ਉਸ ਵੇਲੇ ਆਪਣੇ ਭਰਾਵਾਂ ਨੂੰ ਉਹ ਰਖੜੀ ਭੇਜਦੀ ਸੀ। ਤੇ ਜੇ ਰਖੜੀ ਦੀ ਗੱਲ ਕਰੀਏ, ਰਕਸ਼ਾ ਦੀ ਗੱਲ ਕਰੀਏ, ਜਿਹੜੀ ਕਰਨਾਵਤੀ ਨੇ ਭੇਜੀ ਹੈ ਰਕਸ਼ਾ ਦਾ ਧਾਗਾ ਹਿਮਾਯੂ ਨੂੰ, ਪਰ ਹਿਮਾਯੂ ਨੂੰ ਦੇਰ ਨਾਲ ਮਿਲਿਆ ਹੈ, ਔਰ ਉਹ ਦੇਰ ਨਾਲ ਪਹੁੰਚਿਆ ਹੈ ਉਹਦੀ ਰਕਸ਼ਾ ਦੇ ਲਈ, ਔਰ ਉਦੋਂ ਤੱਕ ਰਾਣੀ ਕਰਨਾਵਤੀ ਮਰ ਚੁੱਕੀ ਸੀ। ਭਾਵ ਉਹਦੀ ਚਿਖਾ ਨੂੰ ਅਗਨ ਭੇਟ ਕਰ ਦਿੱਤਾ ਗਿਆ ਸੀ। ਉਹਦੀ ਰਕਸ਼ਾ ਨਹੀਂ ਕਰ ਸਕਿਆ ਉਹ ਧਾਗਾ, ਹਿਮਾਯੂ ਵੀ ਉਹਦੀ ਰਕਸ਼ਾ ਨਹੀਂ ਕਰ ਸਕਿਆ ਉਹ ਧਾਗਾ ਜਿਹੜਾ ਉਸਨੂੰ ਪਿਆਰ ਵਜੋਂ ਰਾਣੀ ਕਰਨਾਵਤੀ ਨੇ ਭੇਜਿਆ ਸੀ। ਤੇ ਇੱਥੇ ਇਹ ਗੱਲ ਸਾਬਤ ਹੋ ਜਾਂਦੀ ਕਿ ਇੱਕ ਧਾਗਾ ਬੰਨਣ ਦੇ ਨਾਲ ਭਰਾ ਕਦੇ ਵੀ ਭੈਣ ਦੀ ਰਕਸ਼ਾ ਨਹੀਂ ਕਰ ਸਕਦਾ। ਤੇ ਜੇ ਕਹਿੰਦੇ ਨੇ ਕਿ ਰਾਖੀ ਪ੍ਰੇਮ ਦਾ ਬੰਧਨ ਹੈ, ਪਿਆਰ ਦਾ ਬੰਧਨ ਹੈ, ਤੇ ਪਿਆਰੋ ਪਿਆਰ ਤੇ ਉਸੇ ਦਿਨ ਹੀ ਭੈਣ ਭਰਾ ਦੇ ਵਿੱਚ ਬਣ ਜਾਂਦਾ ਹੈ ਜਦੋਂ ਇੱਕ ਮਾਂ ਦੀ ਕੁੱਖੋਂ ਦੋਵੇਂ ਜਨਮ ਲੈਂਦੇ। ਪ੍ਰੇਮ ਦਾ ਰਿਸ਼ਤਾ ਤੇ ਉਦੋਂ ਹੀ ਬਣ ਜਾਂਦਾ, ਪਿਆਰ ਦਾ ਰਿਸ਼ਤਾ ਤੇ ਉਦੋਂ ਹੀ ਬਣ ਜਾਂਦਾ। ਤੇ ਫਿਰ ਇਹ ਧਾਗੇ ਨੇ ਪ੍ਰੇਮ ਕਾਹਦਾ ਬਣਾਉਣਾ? ਹੁਣ ਜੇ ਗੱਲ ਕਰੀਏ, ਧਾਗਾ ਤੇ ਹਰ ਸਾਲ ਹੱਥ ਦੇ ਉੱਤੇ ਬੰਨਿਆ ਜਾਂਦਾ ਭੈਣ ਵੱਲੋਂ। ਭੈਣ ਵੱਲੋਂ ਭਰਾ ਦੇ ਹੱਥ ਦੇ ਉੱਤੇ ਹਰ ਸਾਲ ਰੱਖਿਆ ਧਾਗਾ ਬੰਨਿਆ ਜਾਂਦਾ ਰੱਖਿਆ ਦਾ, ਤੇ ਹਰ ਸਾਲ ਇਹ ਚੇਤੇ ਕਰਾਇਆ ਜਾਂਦਾ ਕਿ ਮੈਂ ਤੇਰੀ ਭੈਣ ਆ ਤੇ ਤੂੰ ਮੇਰਾ ਭਰਾ ਹੈ, ਤੇ ਮੇਰੀ ਰਕਸ਼ਾ ਤੂੰ ਕਰਨੀ ਹੈ। ਹਰ ਸਾਲ ਉਹਨੂੰ ਯਾਦ ਕਰਾਇਆ ਜਾਂਦਾ। ਹੁਣ ਵੇਖੋ, ਪਾਸਪੋਰਟ ਜਿਹੜਾ ਹੈ ਰੀਨਿਊ ਹੁੰਦਾ 10 ਸਾਲ ਦੇ ਬਾਅਦ।
ਔਰ ਲਾਇਸੈਂਸ ਰੀਨਿਊ ਹੋਣ ਦਾ ਵੀ ਇੱਕ ਸਮਾਂ ਹੈ, 5 ਸਾਲ ਜਾਂ 7 ਸਾਲ 10 ਸਾਲ। ਪਿਆਰਿਓ, ਇਹਨਾਂ ਚੀਜ਼ਾਂ ਦਾ ਵੀ ਇੱਕ ਸਮਾਂ ਰੀਨਿਊ ਹੋਣ ਦਾ, ਪਰ ਇਹ ਧਾਗਾ ਤੇ ਹਰ ਸਾਲ ਭੈਣ ਭਰਾ ਦੇ ਰਿਸ਼ਤੇ ਨੂੰ ਰੀਨਿਊ ਕਰਦਾ, ਹਰ ਸਾਲ ਆਏ ਸਾਲ ਰੀਨਿਊ ਕਰਦਾ। ਹਰ ਸਾਲ ਧਾਗਾ ਬਣ ਕੇ ਇਸ ਰਿਸ਼ਤੇ ਨੂੰ ਰੀਨਿਊ ਕਰਨਾ ਪੈਂਦਾ। ਪਿਆਰੋ, ਇਹ ਰਿਸ਼ਤਾ ਤੇ ਉਦੋਂ ਹੀ ਪ੍ਰੇਮ ਦਾ ਬਣ ਗਿਆ ਜਿੱਦਣ ਇੱਕ ਮਾਂ ਦੀ ਕੁੱਖ ਤੋਂ ਦੋਵਾਂ ਨੇ ਜਨਮ ਲਿਆ, ਉਦੋਂ ਹੀ ਪ੍ਰੇਮ ਪਿਆਰ ਬਣ ਗਿਆ। ਅੱਜ ਤੇ ਇਹ ਧਾਗਾ ਸਿਰਫ ਤੇ ਸਿਰਫ ਲਾਲਚ ਦਾ ਕਾਰਨ ਰਹਿ ਗਿਆ, ਹੋਰ ਕੁਛ ਨਹੀਂ, ਕਿ ਮੈਂ ਰੱਖੜੀ ਬੰਨਾਂਗੀ ਤੇ ਭਰਾ ਮੈਨੂੰ ਕੁਝ ਦੇਵੇਗਾ, ਤੇ ਜੇ ਨਹੀਂ ਦੇਵੇਗਾ ਤੇ ਭੈਣ ਨਾਰਾਜ਼ ਹੋ ਗਈ। ਪਿਆਰਿਓ, ਹੁਣ ਹੁਮਾਯੂ ਗਵਾਲੀਅਰ ਦੇ ਵਿੱਚ ਬੈਠਾ ਹੈ ਤੇ ਭੈਣ ਚਿਤੌੜ ਦੇ ਵਿੱਚ ਬੈਠੀ ਹੈ, ਤੇ ਹੁਮਾਯੂ ਉਹਦੀ ਰਕਸ਼ਾ ਲਈ ਨਹੀਂ ਪਹੁੰਚ ਸਕਿਆ ਨਾ ਸਮੇਂ ਤੇ, ਉਹ ਮੌਤ ਦੇ ਗ੍ਰਾਸ ਦੇ ਵਿੱਚ ਚਲੀ ਗਈ, ਭਰਾ ਉਹਦੀ ਰਕਸ਼ਾ ਨਹੀਂ ਕਰ ਸਕਿਆ ਨਾ। ਚਲੋ ਛੱਡੋ, ਇਤਿਹਾਸ ਦੀ ਗੱਲ ਨੂੰ ਵੀ ਛੱਡ ਦਈਏ ਆਪਾਂ, ਇਤਿਹਾਸ ਦੀ ਇਸ ਗੱਲ ਨੂੰ ਵੀ ਆਪਾਂ ਛੱਡ ਦਈਏ ਤੇ ਆਪਾਂ ਇਸ ਗੱਲ ਨੂੰ ਲਈਏ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਦੋਂ 10 ਸਾਲ ਦੇ ਹੋਏ ਨੇ ਤੇ ਉਦੋਂ ਉਹਨਾਂ ਨੂੰ ਜਨੇਊ ਪਾਇਆ ਜਾਣ ਲੱਗਾ ਹੈ, ਤੇ ਉਹਨਾਂ ਨੇ ਇੱਕ ਗੱਲ ਕਹਿ ਦਿੱਤੀ ਹੈ ਪੰਡਤ ਹਰਦਿਆਲ ਨੂੰ, ਕਿਹਾ ਪੰਡਤ ਹਰਦਿਆਲ, ਇਹ ਧਾਗੇ ਦਾ ਜਨੇਊ ਮੈਨੂੰ ਪ੍ਰਵਾਨ ਨਹੀਂ ਹੈ, ਕਿਉਂਕਿ ਇਹ ਧਾਗੇ ਦਾ ਜਨੇਊ ਹੈ, ਇਹਨੂੰ ਗੰਢਾਂ ਹੱਥ ਨਾਲ ਮਾਰੀਆਂ ਗਈਆਂ ਨੇ, ਜਦੋਂ ਇਹ ਟੁੱਟ ਜਾਏਗਾ ਤੇ ਕੀ ਕਰਨਾ ਪਏਗਾ? ਪੰਡਤ ਹਰਦਿਆਲ ਕਹਿਣ ਲੱਗਾ ਦੁਬਾਰਾ ਪਾਣਾ ਪਏਗਾ, ਜੇ ਗਲ ਜਾਏਗਾ ਕਹਿਣ ਲੱਗੇ ਦੁਬਾਰਾ ਪਾਣਾ ਪਏਗਾ ਨਵਾਂ। ਪਾਤਸ਼ਾਹ ਜੀ ਕਹਿੰਦੇ ਫਿਰ ਉਹ ਜਨੇਊ ਮੈਨੂੰ ਪਾ ਜਿਹੜਾ ਟੁੱਟੇ ਨਾ, ਜਿਹੜਾ ਗਲੇ ਨਾ, ਔਰ ਜਿਹਨੂੰ ਜੱਤ ਦੀਆਂ ਗੰਢਾਂ ਤੇ 7 ਦੀ ਵੱਟ ਪਈ ਹੋਵੇ, ਉਹ ਜਨੇਊ ਪਾ। ਇਹ ਮੈਨੂੰ ਹੱਥ ਨਾਲ ਵੱਟਿਆ ਹੋਇਆ ਜਨੇਊ ਨਹੀਂ ਚਾਹੀਦਾ, ਉਹ ਜਨੇਊ ਪਾ ਜਿਹੜਾ ਨਾ ਟੁੱਟੇ ਨਾ ਗਲੇ, ਔਰ ਮੇਰੇ ਨਾਲ ਜਾਏ ਉਸ ਲੋਕ ਦੇ ਅੰਦਰ ਵੀ, ਪ੍ਰਮਾਤਮਾ ਦੇ ਘਰ ਦੇ ਅੰਦਰ ਵੀ ਜਦੋਂ ਮੈਂ ਜਾਵਾਂ ਤੇ ਮੇਰੇ ਨਾਲ ਜਾਵੇ ਅੰਤ ਵੇਲੇ। ਐਸਾ ਜਨੇਊ ਤੇਰੇ ਕੋਲ ਹੈ ਤੇ ਪਾ, ਜਿਹਦਾ ਜ਼ਿਕਰ ਸਤਿਗੁਰੂ ਨੇ ਬਾਣੀ ਦੇ ਅੰਦਰ ਕੀਤਾ ਹੈ। ਦਇਆ ਕਪਾ ਸੰਤੋਖ ਸੂਤ ਜਤ ਗੰਢੀ 7 ਵੱਟ, ਇਹ ਜਨੇਊ ਜੀ ਕਾ ਹਈ ਤਾਂ ਭਾਂਡੇ ਕਤ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲ ਨ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਕਹਿ ਲਗੇ ਇਹੋ ਜਿਹਾ ਜਨੇਊ ਮੇਰੇ ਗਲੇ ਦੇ ਵਿੱਚ ਪਾ ਜਿਹੜਾ ਮੇਰੇ ਨਾਲ ਚੱਲੇ, ਮੇਰੇ ਨਾਲ ਜਾ। ਪਿਆਰੋ, ਉਸ ਸਮੇਂ ਪੰਡਤ ਹਰਦਿਆਲ ਨਿਰੁੱਤਰ ਹੋ ਗਿਆ ਤੇ ਜਨੇਊ ਪਾਉਣ ਤੋਂ ਇਨਕਾਰੀ ਹੋ ਗਏ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਨੇਊ ਨਹੀਂ ਪਾਇਆ। ਜੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਕ ਧਾਗੇ ਦਾ ਜਨੇਊ ਆਪਣੇ ਤਨ ਦੇ ਉੱਤੇ ਪ੍ਰਵਾਨ ਨਹੀਂ ਕਰਦੇ ਤੇ ਪਿਆਰੋ, ਇਹ ਛੋਟਾ ਜਿਹਾ ਸੂਤਰ, ਛੋਟਾ ਜਿਹਾ ਧਾਗਾ ਜਿਹੜਾ ਹੱਥ ਦੇ ਗੁੱਟ ਤੇ ਬੰਨਿਆ ਜਾਂਦਾ, ਇਹ ਕਿਵੇਂ ਪ੍ਰਵਾਨ ਕਰ ਲੈਣਗੇ? ਮੈਨੂੰ ਦੱਸੋ। ਅਸੀਂ ਇਤਿਹਾਸ ਤੋਂ ਸੇਧ ਲੈਣੀ, ਗੁਰਬਾਣੀ ਤੋਂ ਸੇਧ ਲੈਣੀ। ਅਸੀਂ ਗੁਰਦੁਆਰੇ ਜਾਂਦੇ ਹਾਂ, ਰੋਜ਼ਾਨਾ ਇਤਿਹਾਸ ਸੁਣਦੇ ਹਾਂ, ਰੋਜ਼ਾਨਾ ਬਾਣੀ ਸੁਣਦੇ ਹਾਂ, ਰੋਜ਼ਾਨਾ ਪੜ੍ਹਦੇ ਹਾਂ, ਪਰ ਫਿਰ ਵੀ ਇਤਿਹਾਸ ਦੇ ਉੱਤੇ ਅਮਲ ਨਹੀਂ ਕਰਦੇ ਅਸੀਂ ਲੋਕ। ਅਸੀਂ ਫਿਰ ਵੀ ਦਸਕਿਆਨੂਸੀ ਵਿਚਾਰਾਂ ਦੇ ਵਿੱਚ, ਦਕਿਆਨੂਸੀ ਤਿਉਹਾਰਾਂ ਦਾ ਬੋਝ ਆਪਣੀ ਪਿੱਠ ਤੇ ਲੱਦਿਆ ਹੋਇਆ, ਇਹਨਾਂ ਦਾ ਕੋਈ ਮਤਲਬ ਨਹੀਂ। ਇਹ ਤੇ ਔਰਤ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਜਕੜਨ ਦੇ ਲਈ ਇਹ ਤਿਉਹਾਰ ਦਿੱਤਾ ਗਿਆ ਸੀ। ਇਹ ਤਿਉਹਾਰ ਔਰਤ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜਨ ਲਈ ਦਿੱਤਾ ਗਿਆ ਸੀ। ਕਿਸ ਤਰ੍ਹਾਂ? ਜਦੋਂ ਔਰਤ ਮਾਪਿਆਂ ਦੇ ਘਰ ਉਹਨੇ ਜਨਮ ਲਿਆ ਤੇ ਪਹਿਲਾਂ ਪਿਤਾ ਦੀ ਗੁਲਾਮ ਬਣ ਕੇ ਰਹੇਗੀ, ਪਿਤਾ ਦੇ ਅਧਿਕਾਰ ਦੇ ਵਿੱਚ ਰਹੇਗੀ। ਥੋੜੀ ਵੱਡੀ ਹੋਈ ਹੈ ਤੇ ਭਰਾ ਦੇ ਅਧਿਕਾਰ ਦੇ ਵਿੱਚ ਚਲੀ ਗਈ ਹੈ, ਭਰਾ ਉਹਦਾ ਰਕਸ਼ਕ ਬਣਿਆ। ਉਸ ਤੋਂ ਬਾਅਦ ਜਦੋਂ ਜਵਾਨ ਹੋਈ ਹੈ, ਵਿਆਹ ਕੇ ਆਪਣੇ ਘਰ ਗਈ ਹੈ, ਪਤੀ ਦੇ ਘਰ ਗਈ ਹੈ ਤੇ ਪਤੀ ਉਹਦਾ ਰਕਸ਼ਕ ਬਣਿਆ। ਉਸ ਤੋਂ ਬਾਅਦ ਥੋੜਾ ਹੋਰ ਉਮਰ ਵਡੇਰੀ ਹੋਈ ਹੈ, ਬੱਚੇ ਘਰ ਦੇ ਅੰਦਰ ਹੋਏ ਨੇ ਤੇ ਫਿਰ ਪੁੱਤਰ ਦੀ ਅਧੀਨਗੀ ਦੇ ਵਿੱਚ ਚਲੀ ਗਈ ਹੈ। ਪਿਆਰੋ, ਇਹਦਾ ਮਤਲਬ ਉਹ ਸਾਰੀ ਉਮਰ ਅਧੀਨਗੀ ਦੇ ਵਿੱਚ ਰਹੀ ਹੈ ਪੁਰਸ਼ ਦੀ। ਇਹ ਪੱਕਾ ਕਰ ਦਿੱਤਾ ਗਿਆ ਉਹਦੇ ਮਨ ਦੇ ਵਿੱਚ ਕਿ ਤੂੰ ਆਜ਼ਾਦ ਨਹੀਂ ਹੈ, ਤੂੰ ਗੁਲਾਮ ਹੈ ਹਮੇਸ਼ਾ। ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਜਕੜਨ ਦੇ ਲਈ ਇਹ ਤਿਉਹਾਰ ਦਿੱਤਾ ਗਿਆ ਸੀ। ਅਬਲਾ ਕਿਹਾ ਗਿਆ ਸੀ, ਪਰ ਸਤਿਗੁਰੂ ਜੀ ਨੇ ਅਬਲਾ ਨਹੀਂ ਕਿਹਾ। ਸਤਿਗੁਰੂ ਜੀ ਨੇ ਕੀ ਕਿਹਾ? ਕਹਿੰਦੇ ਜੇ ਇੱਕ ਇਸਤਰੀ ਮਰ ਜਾਏ ਤੇ ਇਹ ਪੁਰਸ਼ ਤੋਂ ਦੂਜੀ ਇਸਤਰੀ ਲੱਭਣ ਲਈ ਜਾਣਾ ਹੈ ਕਿ ਮੇਰੀ ਜ਼ਿੰਦਗੀ ਇਸਤਰੀ ਤੋਂ ਬਿਨਾਂ ਅਧੂਰੀ ਹੈ। ਤੇ ਜੇ ਇਸਤਰੀ ਤੋਂ ਬਿਨਾਂ ਜ਼ਿੰਦਗੀ ਤੇਰੀ ਅਧੂਰੀ ਹੈ ਤੇ ਇਸਤਰੀ ਦੀ ਜ਼ਿੰਦਗੀ ਵੀ ਪੁਰਸ਼ ਤੋਂ ਬਿਨਾਂ ਅਧੂਰੀ ਹੈ। ਇੱਕ ਦੂਜੇ ਦੇ ਪੂਰਕ ਹੋ, ਕੋਈ ਵੀ ਇੱਕ ਦੂਜੇ ਤੋਂ ਛੋਟਾ ਨਹੀਂ। आपने बाणी के अंदर क्लियर कट कह दिता है, पंड जमीए पंड नीमीए, पंड मंगण वेआ, पंडो होवे दोस्ती पंडो चले रा, पंड मुआ पंड पालिए, पंड होवे बंदान, सो क्यों मंदा आखिए जिस जमे राजा। कि उसने मंदा क्यों आख्या जावे जिसने राजे महाराजियां नूं जन्म दिता है। प्यारो, गुलामी दियां जंजीरां दे विच जकड़न दे लई इह त्योहार दिता गया सी।
ਪਰ ਸਿੱਖ ਕੌਮ ਗੁਲਾਮ ਨਹੀਂ ਹੈ। ਸਿੱਖ ਕੌਮ ਗੁਲਾਮ ਨਹੀਂ ਹੈ। ਗੁਲਾਮੀ ਦੀ ਜ਼ੰਜੀਰਾਂ ਨੂੰ ਤੋੜਨ ਦੇ ਲਈ ਇੱਕ ਕੜਾ ਸਿੱਖ ਦੇ ਹੱਥ ਵਿੱਚ ਪਾਇਆ ਗਿਆ ਸੀ ਕਿ ਸਿੱਖਾ ਤੂੰ ਆਜ਼ਾਦ ਹੈ, ਤੂੰ ਹਮੇਸ਼ਾ ਆਜ਼ਾਦ ਹੈ। ਆਜ਼ਾਦ ਹਸਤੀ ਦਾ ਪ੍ਰਤੀਕ ਹੈ ਕੜਾ ਤੇਰੇ ਹੱਥ ਦੇ ਵਿੱਚ ਪਾਇਆ ਹੋਇਆ। ਪਰ ਪਿਆਰਿਓ, ਅਸੀਂ ਤੇ ਫਿਰ ਗੁਲਾਮ ਬਣ ਗਏ, ਫਿਰ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਆਪਣੇ ਆਪ ਨੂੰ ਜਕੜ ਲਿਆ। ਝੂਠੀਆਂ ਤਸਵੀਰਾਂ ਨੂੰ ਦੇਖ ਕੇ ਤਸਵੀਰਾਂ ਦਾ ਸੱਚ ਇਤਿਹਾਸ ਪ੍ਰਗਟ ਕਰ ਦਿੰਦਾ ਹੈ। ਜੇ ਤਸਵੀਰਾਂ ਦੀ ਗੱਲ ਕਰੀਏ ਤਾਂ ਸਿੱਖ ਤਸਵੀਰਾਂ ਦਾ ਪੁਜਾਰੀ ਨਹੀਂ ਹੈ। ਸਿੱਖ ਨੂੰ ਭਾਈ ਗੁਰਦਾਸ ਜੀ ਨੇ ਕਲੀਅਰ ਕੱਟ ਕਹਿ ਦਿੱਤਾ, ਜਦੋਂ ਸਿੱਖ ਨੇ ਪੁੱਛਿਆ ਹੈ ਕਿ ਗੁਰੂ ਦੀ ਮੂਰਤੀ ਕਿੱਥੇ ਵੇਖੀ ਜਾਵੇ, ਗੁਰੂ ਦੀ ਮੂਰਤ ਕਿਹਦੇ ਵਿੱਚੋਂ ਸਾਨੂੰ ਨਜ਼ਰ ਆਵੇਗੀ। ਜੇ ਤੁਸੀਂ ਕਹਿੰਦੇ ਹੋ ਤਸਵੀਰਾਂ ਵਿੱਚ ਨਹੀਂ ਹੈ ਤੇ ਗੁਰੂ ਦੀ ਮੂਰਤ ਕਿਹਦੇ ਵਿੱਚੋਂ ਨਜ਼ਰ ਆਵੇਗੀ। ਕਹਿੰਦੇ ਜੇ ਗੁਰੂ ਦੀ ਮੂਰਤੀ ਵੇਖਣੀ ਆ ਤੇ ਗੁਰੂ ਦੀ ਮੂਰਤ ਤੈਨੂੰ ਸ਼ਬਦ ਦੇ ਵਿੱਚੋਂ ਨਜ਼ਰ ਆਏਗੀ। ਸਿੱਖਾ, ਗੁਰ ਮੂਰਤ ਗੁਰ ਸ਼ਬਦ ਹੈ। ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤ ਹੈ। ਜੇ ਗੁਰੂ ਦੀ ਮੂਰਤ ਵੇਖਣੀ ਆ ਹੋਰ ਕਲੀਅਰ ਕੱਟ ਤੌਰ ਤੇ ਸਾਧ ਸੰਗਤ ਵਿੱਚ ਪ੍ਰਗਟੀ ਆਇਆ, ਸਤ ਸੰਗਤ ਦੇ ਵਿੱਚ ਰੋਜ਼ਾਨਾ ਜਾਇਆ ਕਰ। ਉੱਥੇ ਤੈਨੂੰ ਗੁਰੂ ਨਾਨਕ ਸਾਹਿਬ ਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਹੋਣਗੇ, 10 ਗੁਰੂਆਂ ਦੇ ਦਰਸ਼ਨ ਹੋਣਗੇ ਸੰਗਤ ਦੇ ਵਿੱਚੋਂ। ਜੇ ਤੂੰ ਕਰ ਸਕਦਾ ਤੇ ਉੱਥੇ ਜਾ ਕੇ ਕਰ। ਪਿਆਰੋ, ਇਹ ਗੱਲ ਕਲੀਅਰ ਕੱਟ ਕਹਿ ਦਿੱਤੀ, ਪਰ ਸਾਡੇ ਲੋਕਾਂ ਦੇ ਪੱਲੇ ਨਹੀਂ ਪਈ। ਅਸੀਂ ਫਿਰ ਤਸਵੀਰਾਂ ਦੇ ਪੁਜਾਰੀ ਬਣ ਗਏ। ਅਸੀਂ ਘਰਾਂ ਦੇ ਵਿੱਚ ਤਸਵੀਰਾਂ ਲਾ ਲਈਆਂ, ਅਸੀਂ ਗੁਰਦੁਆਰਿਆਂ ਦੇ ਬਾਹਰ ਸਟਾਲਾਂ ਦੇ ਉੱਤੋਂ ਉਹ ਤਸਵੀਰਾਂ ਖਰੀਦ ਲਈਆਂ ਜਿਹੜੀਆਂ ਤਸਵੀਰਾਂ ਸੱਚ ਨਹੀਂ ਨੇ, ਝੂਠ ਦਾ ਪੁਲੰਦਾ ਨੇ। ਮੈਂ ਤੇ ਕਹਿੰਦਾ ਇਹਨਾਂ ਤਸਵੀਰਾਂ ਨੂੰ ਸਟਾਲਾਂ ਤੋਂ ਗੁਰਦੁਆਰੇ ਸਾਹਿਬ ਦੇ ਬਾਹਰ ਅਗਰ ਲੱਗੀਆਂ ਹੋਣ ਤੇ ਪ੍ਰਧਾਨਾਂ ਸਕੱਤਰਾਂ ਨੂੰ ਆਪ ਚੁਕਵਾ ਦੇਣੀਆਂ ਚਾਹੀਦੀਆਂ ਨੇ, ਆਪ ਉਥੋਂ ਖਤਮ ਕਰਵਾ ਦੇਣੀਆਂ ਚਾਹੀਦੀਆਂ ਨੇ ਇਹ ਤਸਵੀਰਾਂ, ਕਿ ਕਿਸੇ ਸਿੱਖ ਦੇ ਘਰ ਨਾ ਪਹੁੰਚਣ। ਜੇ ਅਸੀਂ ਸ਼ਬਦ ਦੇ ਪੁਜਾਰੀ ਹਾਂ ਤਾਂ, ਜੇ ਅਸੀਂ ਦੁਨੀਆ ਦੇ ਪੁਜਾਰੀਆਂ, ਮਾਇਆ ਦੇ ਪੁਜਾਰੀਆਂ, ਤੇ ਪਿਆਰੋ ਫਿਰ ਭਾਵੇਂ ਨਾ ਚੁਕਵਾਈਏ। ਫਿਰ ਅਸੀਂ ਗੁਰੂ ਦੇ ਸਿੱਖ ਨਹੀਂ ਹੋ ਗਏ, ਅਸੀਂ ਇਹਨਾਂ ਚੀਜ਼ਾਂ ਦੇ ਗੁਲਾਮ ਹੋ ਗਏ। ਫਿਰ ਅਸੀਂ ਇਹਨਾਂ ਚੀਜ਼ਾਂ ਦੇ ਗੁਲਾਮ ਹਾਂ ਜੇ ਅਸੀਂ ਨਹੀਂ ਚੁਕਾਉਂਦੇ ਉਸ ਗੱਲ ਨੂੰ, ਨਹੀਂ ਖਤਮ ਕਰਦੇ ਉਸ ਗੱਲ। ਗੁਰੂ ਦੀ ਮੂਰਤੀ ਵੇਖਣੀ ਹੈ ਤੇ ਗੁਰੂ ਦੇ ਸ਼ਬਦ ਦੇ ਵਿੱਚੋਂ ਵੇਖੀ ਜਾ ਸਕਦੀ ਹੈ। ਤੇ ਨਾਰੀ ਨੂੰ ਅਬਲਾ ਨਹੀਂ ਕਿਹਾ, ਬਲਕਿ ਨਾਰੀ ਨੂੰ ਬਰਾਬਰਤਾ ਦਾ ਸਥਾਨ ਦਿੱਤਾ ਹੈ। ਹੁਣ ਪਿਆਰਿਓ, ਹੁਮਾਯੂੰ ਕਿੱਥੇ ਬੈਠਾ ਹੈ ਤੇ ਰਾਣੀ ਕਰਮਨਾਵਤੀ ਕਿੱਥੇ ਬੈਠੀ ਹੈ, ਪਰ ਉਹ ਵੀ ਉਹਦੀ ਰਕਸ਼ਾ ਲਈ ਨਹੀਂ ਪਹੁੰਚ ਸਕਿਆ। ਇਸ ਤਰ੍ਹਾਂ ਭਰਾ ਬੈਠਾ ਹੋਵੇ ਅਮਰੀਕਾ ਤੇ ਭੈਣ ਹੋਵੇ ਹਿੰਦੁਸਤਾਨ ਦੇ ਅੰਦਰ, ਤੇ ਭੈਣ ਨੂੰ ਆਫਤ ਆਈ ਹੋਵੇ ਤੇ ਭਰਾ ਅਮਰੀਕਾ ਚੋਂ ਇੱਥੇ ਆ ਜਾਏਗਾ। 17-18 ਘੰਟੇ ਦੀ ਫਲਾਈਟ ਜੇ। ਇਸ ਕਰਕੇ ਇਸ ਦਕਿਆਨੁਸੀ ਤਿਉਹਾਰ ਨੂੰ ਆਪਣੇ ਗਲੋਂ ਲਾਈਏ ਤੇ ਆਪਣੀਆਂ ਕੁੜੀਆਂ ਨੂੰ, ਆਪਣੀਆਂ ਭੈਣਾਂ ਨੂੰ, ਆਪਣੀਆਂ ਬੱਚੀਆਂ ਨੂੰ ਆਪਣੀ ਪ੍ਰੋਟੈਕਸ਼ਨ ਆਪ ਕਰਨੀ ਸਿਖਾਈਏ। ਇਨਸਾਨ ਦਾ ਗੁਲਾਮ ਨਾ ਬਣਾਈਏ, ਬੰਦੇ ਦਾ ਗੁਲਾਮ ਨਾ ਬਣਾਈਏ ਕਿ ਬੰਦੇ ਦੀਆਂ ਗੁਲਾਮ ਨੇ। ਉਹਨਾਂ ਨੂੰ ਪ੍ਰੋਟੈਕਸ਼ਨ ਆਪਣੀ ਆਪ ਕਰਨੀ ਸਿਖਾਈਏ। ਪਿਆਰੋ, ਜਿਨ੍ਹਾਂ ਨੇ ਇਹ ਤਿਉਹਾਰ ਦਿੱਤਾ ਨਾ, ਜਿਨ੍ਹਾਂ ਨੇ ਇਹ ਤਿਉਹਾਰ ਦਿੱਤਾ, ਉਹ ਵੀ ਆਪਣੀ ਬੱਚੀਆਂ ਦੀ ਰੱਖਿਆ ਨਹੀਂ ਕਰ ਸਕੇ। ਜਦੋਂ ਦर्रा ਖੈਬਰ ਤੋਂ ਦੁਸ਼ਮਣ ਅੰਦਰ ਨੂੰ ਆਉਂਦਾ ਸੀ, ਹਿੰਦੁਸਤਾਨ ਦੇ ਅੰਦਰ ਨੂੰ, ਉਸ ਵੇਲੇ ਇਹ ਲੋਕ ਆਪਣੀ ਜਾਨ ਬਚਾਉਣ ਦੀ ਖਾਤਰ ਆਪਣੀ ਧੀਆਂ ਦੇ ਡੋਲੇ ਦੁਸ਼ਮਣਾਂ ਨੂੰ ਦੇ ਦਿੱਤੇ, ਆਪਣੀ ਜਾਨ ਬਚਾਉਣ ਦੀ ਖਾਤਰ। ਇਹਨਾਂ ਲੋਕਾਂ ਨੇ ਉਹਨਾਂ ਧੀਆਂ ਦੀ ਪੱਤ ਨਹੀਂ ਬਚਾਈ, ਬਲਕਿ ਜਾਨ ਦਿੱਤਾ। ਪਰ ਉਸ ਵੇਲੇ ਹਰੀ ਸਿੰਘ ਨਲੂਆ ਵਰਗੇ ਸੂਰਮੇ ਉੱਠੇ ਤੇ ਉਹਨਾਂ ਨੇ ਦर्रा ਖੈਬਰ ਦੇ ਉੱਤੇ ਜਾ ਕੇ ਰੋਕ ਲਾ ਦਿੱਤੀ ਤੇ ਜਿਹੜੀਆਂ ਧੀਆਂ ਭੈਣਾਂ ਦੁਸ਼ਮਣ ਲੈ ਗਿਆ ਸੀ ਉਹਨਾਂ ਨੂੰ ਬਚਾ ਕੇ ਵਾਪਸ ਹਿੰਦੁਸਤਾਨ ਦੇ ਵਿੱਚ ਲਿਆਂਦਾ। ਪਿਆਰੋ, ਉਹ ਲੋਕ ਜਿਨ੍ਹਾਂ ਨੇ ਰੱਖੜੀ ਦਾ ਤਿਉਹਾਰ ਦਿੱਤਾ, ਉਹਨਾਂ ਦੀਆਂ ਇੱਜ਼ਤਾਂ ਆਪ ਗਜਨੀ ਦੇ ਵਿਚਾਰਾਂ ਦੇ ਵਿੱਚ ਟਕੇ ਟਕੇ ਦੇ ਵਿਕਦੀਆਂ ਰਹੀਆਂ, ਔਰ ਇਹ ਆਪ ਉਸ ਦੇ ਜ਼ਿੰਮੇਵਾਰ ਹੋਏ, ਰੱਖੜੀ ਦਾ ਤਿਉਹਾਰ ਦੇਣ ਵਾਲੇ। ਔਰ ਪੱਤ ਕਿੰਨੇ ਬਚਾਈ? ਜਿਹਨੂੰ ਅੱਜ ਅੱਤਵਾਦੀ ਜਾਂ ਵੱਖਵਾਦੀ ਕਿਹਾ ਜਾਂਦਾ ਹੈ, ਇਸ ਸਿੱਖ ਨੇ, ਕੜੇ ਧਾਰਨ ਕਰਨ ਵਾਲੇ ਨੇ ਉਹਨਾਂ ਦੀ ਜਾ ਕੇ ਪੱਤ ਬਚਾਈ। ਜਿਨ੍ਹਾਂ ਨੇ ਇਹ ਤਿਉਹਾਰ ਦਿੱਤਾ, ਇਹ ਪੱਤ ਬਚਾਉਣ ਵਾਸਤੇ ਉੱਥੇ ਨਹੀਂ ਗਏ, ਇਹ ਪੱਤ ਬਚਾਉਣ ਵਾਸਤੇ ਉੱਥੇ ਨਹੀਂ ਗਏ। ਇਹਨਾਂ ਤੇ ਆਪਣੀਆਂ ਧੀਆਂ ਭੈਣਾਂ ਉਹਨਾਂ ਨੂੰ ਦੇ ਦਿੱਤੀਆਂ, ਆਪਣੀਆਂ ਇੱਜ਼ਤਾਂ ਉਹਨਾਂ ਨੂੰ ਸੌਂਪ ਦਿੱਤੀਆਂ, ਆਪਣੀ ਜਾਨ ਨੂੰ ਬਚਾਉਣ ਦੇ ਲਈ। ਧੀਆਂ ਨੂੰ ਬਚਾਉਣ ਲਈ ਫਿਰ ਸਿੱਖ ਅੱਗੇ ਆਇਆ, ਖਾਲਸਾ ਅੱਗੇ ਆਇਆ। ਖਾਲਸੇ ਨੇ ਰਕਸ਼ਾ ਕੀਤੀ ਇਹਨਾਂ ਧੀਆਂ ਦੀ ਜਾ ਕੇ। ਔਰ ਜਦੋਂ ਵਾਪਸ ਲਿਆਂਦਾ ਤਾਂ ਵੀ ਇਹਨਾਂ ਲੋਕਾਂ ਨੇ ਆਪਣੇ ਘਰ ਦੇ ਅੰਦਰ ਨਹੀਂ ਰੱਖਿਆ,
ਕਹਿਣ ਲੱਗੇ ਅਸੀਂ ਘਰ ਨਹੀਂ ਰੱਖਾਂਗੇ, ਮੁਸਲਮਾਨਾਂ ਦੇ ਘਰ ਰਹਿ ਕੇ ਆਈਆਂ ਨੇ, ਅਪਵਿੱਤਰ ਹੋ ਗਈਆਂ ਨੇ, ਅਸੀਂ ਆਪਣੇ ਘਰ ਨਹੀਂ ਰੱਖਾਂਗੇ। ਤੇ ਹਰੀ ਸਿੰਘ ਨਲੂਆ ਵਰਗੇ ਅੜ ਗਏ, ਕਹਿਣ ਲੱਗੇ ਘਰ ਤੁਹਾਨੂੰ ਰੱਖਣੀਆਂ ਪੈਣਗੀਆਂ। ਉਸ ਵੇਲੇ ਕਹਿਣ ਲੱਗੇ ਅਸੀਂ ਘਰ ਨਹੀਂ ਰੱਖਾਂਗੇ। ਜਦੋਂ ਵੇਖਿਆ ਸਿੱਖ ਅੜ ਗਏ ਨੇ ਤੇ ਕਹਿਣ ਲੱਗੇ ਹਾਂ ਘਰ ਰੱਖ ਲਵਾਂਗੇ, ਪਰ ਇੱਕ ਪ੍ਰੀਖਿਆ ਦੇਣੀ ਪਏਗੀ, ਉਸ ਪ੍ਰੀਖਿਆ ਤੋਂ ਬਾਅਦ ਅਸੀਂ ਘਰ ਰੱਖਾਂਗੇ ਇਹਨਾਂ ਨੂੰ। ਕਹਿੰਦੇ ਕਿਹੜੀ ਪ੍ਰੀਖਿਆ? ਕਹਿੰਦੇ ਕਿ ਵੱਡੇ ਸਾਰੇ ਦਰਖਤ ਨੂੰ ਪਾੜ ਕੇ ਉਹਦੇ ਵਿੱਚ ਇਹਨਾਂ ਨੂੰ ਬਿਠਾ ਦਿੱਤਾ ਜਾਏਗਾ ਤੇ ਉਹਨੂੰ ਅੱਗ ਲਾ ਦਿੱਤੀ ਜਾਏਗੀ, ਤੇ ਜਿਹੜੀ ਧੀ ਉਸ ਅੱਗ ਦੇ ਵਿੱਚੋਂ ਬਚ ਗਈ ਉਹ ਸਾਡੇ ਘਰ ਰਹੇਗੀ, ਉਹ ਪ੍ਰਵਾਨੀ ਜਾਏਗੀ ਪਵਿੱਤਰ। ਪਾਪ ਉਹੀ ਪ੍ਰੀਖਿਆ ਲਈ ਜਿਹੜੀ ਪ੍ਰੀਖਿਆ ਸੀਤਾ ਨੂੰ ਦੇਣੀ ਪਈ, ਰਾਮ ਦੇ ਕਹਿਣ ਤੇ ਸੀਤਾ ਨੂੰ ਦੇਣੀ ਪਈ ਆਪਣੀ ਪਵਿੱਤਰਤਾ ਨੂੰ ਸਾਹਮਣੇ ਰੱਖਣ ਲਈ, ਉਹੀ ਇਹਨਾਂ ਨੇ ਗੱਲ ਕੀਤੀ। ਔਰ ਕਿਉਂਕਿ ਪਤਾ ਸੀ ਕਿ ਅੱਗ ਲਾਵਾਂਗੇ ਦਰਖਤ ਨੂੰ, ਲੱਕੜ ਜਲੇਗੀ ਤੇ ਲੱਕੜ ਨਾਲ ਇਹ ਵੀ ਸੜ ਕੇ ਸੁਆਹ ਹੋ ਜਾਣਗੀਆਂ, ਫਿਰ ਕਿੰਨੇ ਘਰ ਰੱਖਣਾ? ਝਗੜਾ ਹੀ ਖਤਮ ਹੋ ਜਾਏਗਾ। ਸਿੱਖ ਕਹਿਣ ਲੱਗੇ ਠੀਕ ਹੈ ਪ੍ਰੀਖਿਆ ਦੇਣਗੀਆਂ ਧੀਆਂ, ਪਰ ਉਸ ਤੋਂ ਪਹਿਲਾਂ ਤੁਹਾਨੂੰ ਪ੍ਰੀਖਿਆ ਦੇਣੀ ਪਏਗੀ। ਸਾਨੂੰ ਇਹ ਦੱਸੋ ਕਿਹਨਾਂ ਨੇ ਪ੍ਰੀਖਿਆ ਲੈਣੀ ਹੈ ਤੁਹਾਡੇ ਚੋਂ? ਜਿਹਨਾਂ ਪ੍ਰੀਖਿਆ ਲੈਣੀ ਉਹ ਅੱਗੇ ਆਓ। 4-5 ਬ੍ਰਾਹਮਣਾਂ ਨੂੰ ਅੱਗੇ ਕਰ ਦਿੱਤਾ ਕਿ ਇਹਨਾਂ ਪ੍ਰੀਖਿਆ ਲੈਣੀ ਹੈ, ਤੇ ਕਹਿਣ ਲੱਗੇ ਠੀਕ ਹੈ ਇਹਨਾਂ ਪ੍ਰੀਖਿਆ ਲੈਣੀ ਤੇ ਪਹਿਲਾਂ ਇਹਨਾਂ ਨੂੰ ਪ੍ਰੀਖਿਆ ਦੇਣੀ ਪਏਗੀ। ਕਹਿਣ ਲੱਗੇ ਅਸੀਂ ਤਿਆਰ ਹਾਂ। ਜਦੋਂ ਬ੍ਰਾਹਮਣਾਂ ਨੇ ਕਿਹਾ ਅਸੀਂ ਤਿਆਰ ਹਾਂ, ਇੱਕ ਦੂਜੇ ਨੂੰ ਹੁੱਜਾ ਮਾਰਨ ਪਏ। ਹੁਣ ਸਿੱਖਾਂ ਨੇ ਕਿਹੜੀ ਪ੍ਰੀਖਿਆ ਲੈਣੀ ਹੈ? ਪੁੱਛੋ ਤੇ ਸਹੀ। ਹੁਣ ਪੁੱਛਣ ਦਾ ਕਿਸੇ ਨੂੰ ਜਾਂ ਨਾ ਪਏ ਕਿ ਸਿੱਖਾਂ ਨੂੰ ਪੁੱਛੇ ਕੌਣ? ਹਰੀ ਸਿੰਘ ਨਲੂਏ ਵਰਗੇ ਨੂੰ ਪੁੱਛੇ ਕੌਣ? ਜਾਂ ਨਾ ਪਏ ਕਿਸੇ ਦਾ। ਜਦੋਂ ਹਿਆ ਨਾ ਪਿਆ ਹੁੱਜਾ ਇੱਕ ਦੂਜੇ ਨੂੰ ਮਾਰਨ, ਤੇ ਸਿੱਖਾਂ ਨੇ ਕਿਰਪਾਨਾਂ ਕੱਢ ਲਈਆਂ। ਜਦੋਂ ਕਿਰਪਾਨਾਂ ਕੱਢ ਲਈਆਂ ਕਹਿਣ ਲੱਗੀ ਇਹਨਾਂ ਲੱਗਦਾ ਹੁਣ ਕਿਰਪਾਨਾਂ ਸਾਡੇ ਗਲੇ ਤੇ ਰੱਖ ਦੇਣੀਆਂ ਨੇ, ਇਹੀ ਇਹਨਾਂ ਦੀ ਪ੍ਰੀਖਿਆ, ਸਾਨੂੰ ਮੌਤ ਦੇ ਘਾਟ ਉਤਾਰ ਦੇਣ। ਉਸ ਵੇਲੇ ਕਹਿਣ ਲੱਗੇ ਜਿਨ੍ਹਾਂ ਨੇ ਧੀਆਂ ਦੀਆਂ ਪ੍ਰੀਖਿਆ ਲੈਣੀਆਂ ਨੇ, ਪਹਿਲਾਂ ਉਹਨਾਂ ਨੂੰ ਇਸ ਕਿਰਪਾਨ ਦੇ ਵਾਰ ਤੋਂ ਬਚਣਾ ਪਏਗਾ। ਜਿਹੜਾ ਕਿਰਪਾਨ ਦੇ ਵਾਰ ਤੋਂ ਬਚ ਗਿਆ ਉਹ ਧੀਆਂ ਦੀ ਪ੍ਰੀਖਿਆ ਲੈ ਲਿਓ, ਆਪਣੀ ਗਰਦਨ ਅੱਗੇ ਕਰੋ। ਪਿਆਰੋ ਉਸ ਵੇਲੇ ਸਾਰੇ ਬ੍ਰਾਹਮਣਾਂ ਨੇ ਪੈਰ ਪਕੜ ਲਏ ਸਨ ਹਰੀ ਸਿੰਘ ਨਲੂਏ ਦੇ। ਕਹਿਣ ਲੱਗੇ ਨਹੀਂ, ਅਸੀਂ ਆਪਣੀਆਂ ਧੀਆਂ ਨੂੰ ਆਪਣੇ ਘਰ ਰੱਖਣ ਲਈ ਤਿਆਰ ਹਾਂ। ਪਿਆਰੋ ਸਿੱਖ ਨੇ ਤੇ ਇੱਜ਼ਤਾਂ ਬਚਾਈਆਂ ਨੇ। ਇਹਨਾਂ ਨੇ ਜਿਨ੍ਹਾਂ ਨੇ ਰੱਖੜੀ ਦਾ ਤਿਉਹਾਰ ਦਿੱਤਾ, ਇਹਨਾਂ ਨੇ ਤੇ ਆਪਣੀਆਂ ਇੱਜ਼ਤਾਂ ਜਿਹੜੀਆਂ ਨੇ ਆਪ ਗਜਨੀ ਦੇ ਵਿਚਾਰਾਂ ਦੇ ਵਿੱਚ ਵਿਕਣ ਦੇ ਲਈ ਭੇਜ ਦਿੱਤੀਆਂ ਸਨ। ਇਸ ਲਈ ਇਹ ਰੱਖੜੀ ਦਾ ਤਿਉਹਾਰ ਝੂਠਾ ਤਿਉਹਾਰ ਹੈ। ਇਸ ਦੇ ਨਾਲ ਪ੍ਰੇਮ ਪਿਆਰ ਨਹੀਂ ਬਣਦਾ। ਪ੍ਰੇਮ ਪਿਆਰ ਤੇ ਭੈਣ ਦਾ ਭਰਾ ਦੇ ਨਾਲ ਉਸ ਦਿਨ ਬਣ ਜਾਂਦਾ ਹੈ ਜਿਸ ਦਿਨ ਇੱਕ ਮਾਂ ਦੀ ਕੁੱਖੋਂ ਭਰਾ ਔਰ ਭੈਣ ਦੋਵੇਂ ਜਨਮ ਲੈਂਦੇ ਨੇ, ਤੇ ਉਸੇ ਦਿਨ ਦੋਨਾਂ 'ਚ ਪ੍ਰੇਮ ਬਣ ਜਾਂਦਾ। ਇਹ ਧਾਗੇ ਨਾਲ ਪ੍ਰੇਮ ਨਹੀਂ ਬਣਨਾ ਕਿ ਜਿਹੜਾ ਹਰ ਸਾਲ ਬਣਨਾ ਪੈਂਦਾ, ਯਾਦ ਕਰਾਉਣਾ ਪੈਂਦਾ ਭੈਣ ਨੂੰ ਭਰਾ ਨੂੰ ਇੱਕ ਦੂਜੇ ਦਾ ਰਿਸ਼ਤਾ। ਇਸ ਤਰ੍ਹਾਂ ਪ੍ਰੇਮ ਨਹੀਂ ਬਣਦਾ। ਅੱਜ ਕੱਲ ਤੇ ਵੇਖੀਏ ਪ੍ਰੇਮ ਤੇ ਸਿਰਫ ਲਾਲਚ ਦਾ ਰਹਿ ਗਿਆ। ਰੱਖੜੀ ਬੰਨਾਂਗੀ ਤੇ ਮੈਨੂੰ ਭਰਾ ਕੁਝ ਦੇਵੇਗਾ, ਤੇ ਜੇ ਨਹੀਂ ਦੇਵੇਗਾ ਤੇ ਮੈਂ ਨਾਰਾਜ਼ ਹੋ ਜਾਵਾਂਗੀ। ਅੱਜ ਰਿਸ਼ਤੇ ਟੁੱਟਦੇ ਹੋਏ ਨਜ਼ਰ ਆ ਰਹੇ ਨੇ। ਇਹਦੇ ਨਾਲ, ਇਸ ਰੱਖੜੀ ਦੇ ਤਿਉਹਾਰ ਨਾਲ ਬਹੁਤੇ ਰਿਸ਼ਤੇ ਟੁੱਟਦੇ ਹੋਏ ਨਜ਼ਰ ਵੀ ਆ ਰਹੇ ਨੇ। ਰਿਸ਼ਤਿਆਂ ਦੀ ਸਾਂਝ ਨਹੀਂ ਰਹੀ। ਅੱਜ ਪ੍ਰੇਮ ਪਿਆਰ ਖਤਮ ਹੋ ਗਿਆ। ਅੱਜ ਤੇ ਫਿਰ ਰੱਖੜੀ ਦਾ ਤਿਉਹਾਰ ਕਾਹਦਾ ਤਿਉਹਾਰ ਹੈ? ਪਿਆਰੋ ਇਸ ਲਈ ਅੱਜ ਦਾ ਮਾਹੌਲ ਵੇਖੀਏ, ਅੱਜ ਦਾ ਵਾਤਾਵਰਨ ਵੇਖੀਏ ਤੇ ਬੱਚੀ 6 ਵਜੇ ਤੋਂ ਬਾਅਦ ਬਾਹਰ ਨਹੀਂ ਨਿਕਲ ਸਕਦੀ। ਕਿਉਂ? ਕਿਉਂਕਿ ਅੱਜ ਦਾ ਮਾਹੌਲ ਐਸਾ ਹੋ ਗਿਆ ਕਿ ਕਿਹੜੇ ਵੇਲੇ ਕਿਹੜਾ ਹਵਸ਼ੀ, ਕਿਹੜਾ ਕੁੱਤਾ ਜਦ ਤੇ ਹੱਥ ਪਾ ਦੇ ਕੋਈ ਪਤਾ ਨਹੀਂ। ਕੋਈ ਪਤਾ ਨਹੀਂ ਕਿਹੜੇ ਪਾਸੋਂ ਨਿਕਲ ਕੇ ਆ ਜਾਏ। ਬੱਚੀ ਆਪਣੇ ਧਿਆਨੇ ਜਾ ਰਹੀ ਹੈ, ਪਰ ਪਤਾ ਨਹੀਂ ਕਿਹੜੇ ਪਾਸੋਂ ਕਿਹੜਾ ਵੇਲੇ ਹਮਲਾਵਰ ਆ ਜਾਏ ਤੇ ਬੱਚੀ ਤੇ ਇੱਜ਼ਤ ਤੇ ਹਮਲਾ ਕਰੇ। ਤੇ ਉਸ ਵੇਲੇ ਭਰਾ ਨੂੰ ਉਡੀਕੇਗੀ ਜਾਂ ਭਰਾ ਨੂੰ ਫੋਨ ਕਰੇਗੀ ਤੂੰ ਮੇਰੇ ਕੋਲ ਆ ਤੇ ਮੈਨੂੰ ਬਚਾ। ਜਦ ਤੱਕ ਉਹ ਆਵੇਗਾ ਉਦੋਂ ਤੱਕ ਸ਼ਾਇਦ ਖਿਮਾ ਕਰ ਦੇਣਾ। ਬੋਲ ਬੜੇ ਕਰ ਲਏ ਨੇ। ਇਸ ਲਈ ਆਪਣੀਆਂ ਧੀਆਂ ਨੂੰ ਆਪ ਪ੍ਰੋਟੈਕਸ਼ਨ ਲਈ ਤਿਆਰ ਕਰੀਏ। ਆਪ ਉਹਨਾਂ ਦੇ ਹੱਥ ਵਿੱਚ ਕਿਰਪਾਨਾਂ ਫੜਾਈਏ। ਆਪ ਉਹਨਾਂ ਨੂੰ ਆਪਣੀ ਪ੍ਰੋਟੈਕਸ਼ਨ ਲਈ ਤਿਆਰ ਕਰੀਏ ਕਿ ਜਿੱਥੇ ਕਿੱਥੇ ਵੀ ਕੱਲੀ ਹੋਵੇ, ਕੱਲੀ ਜਾ ਰਹੀ ਹੋਵੇ, ਆਪਣੀ ਪ੍ਰੋਟੈਕਸ਼ਨ ਆਪ ਕਰ ਸਕੇ। ਔਰ ਇਹ ਤਾਂ ਹੀ ਹੋ ਸਕੇਗਾ ਜੇ ਬਾਣੀ ਤੇ ਬਾਣੇ ਦੇ ਅਸੀਂ ਉਹਨਾਂ ਨੂੰ ਧਾਰਨੀ ਬਣਾਵਾਂਗੇ। ਅੱਜ ਮਾਡਰਨ ਜ਼ਮਾਨੇ ਦੇ ਵਿੱਚ ਸਾਡੀਆਂ ਬੱਚੀਆਂ ਰੁਲਦੀਆਂ ਜਾ ਰਹੀਆਂ, ਖਤਮ ਹੁੰਦੀਆਂ ਜਾ ਰਹੀਆਂ। ਮਾਡਰਨ ਜ਼ਮਾਨੇ ਤੋਂ ਅਗਰ ਆਪਣੇ ਆਪ ਨੂੰ ਬਚਾਉਣਾ ਹੈ ਤੇ ਸਾਨੂੰ ਗੁਰਮਤ ਵਾਲੇ ਪਾਸੇ ਆਉਣਾ ਪਏਗਾ, ਗੁਰੂ ਵਾਲੇ ਪਾਸੇ ਆਉਣਾ ਪਏਗਾ। ਜਦੋਂ ਗੁਰੂ ਵਾਲੇ ਪਾਸੇ ਆਵਾਂਗੇ, ਬੱਚਿਆਂ ਨੂੰ ਆਪਣੀ ਪ੍ਰੋਟੈਕਸ਼ਨ ਆਪ ਕਰਨੀ ਸਿਖਾਵਾਂਗੇ, ਉਸ ਵੇਲੇ ਕਿਸੇ ਦੀ ਵੀ ਹਿੰਮਤ ਨਹੀਂ ਪਏਗੀ ਕਿ ਸਾਡੀ ਬੱਚੀ ਵੱਲ ਅੱਖ ਚੁੱਕ ਕੇ ਵੀ ਦੇਖ ਸਕੇ। ਉਹਨੂੰ ਬਾਣੀ ਤੇ ਬਾਣੇ ਤੇ ਧਾਰਨੀ ਬਣਾਓ। 5 ਕਕਾਰੀ ਵਰਦੀ ਉਹਦੇ ਕੋਲ ਹੋਵੇ। ਇਸੇ ਤਰ੍ਹਾਂ ਦੀ ਇੱਕ ਉਦਾਹਰਣ ਦੇ ਕੇ ਮੈਂ ਆਪ ਜੀ ਤੋਂ ਖਿਮਾ ਚਾਹਾਂਗਾ। 5 ਕਕਾਰੀ ਵਰਦੀ ਹੈ 2 ਭੈਣਾਂ ਦੇ ਕੋਲ।
ਅਨੰਦਪੁਰ ਸਾਹਿਬ ਦੀਆਂ ਰਹਿਣ ਵਾਲੀਆਂ ਨੇ, ਰਾਮਗੜੀਏ ਪਰਿਵਾਰ ਦੀਆਂ ਬੱਚੀਆਂ ਨੇ। ਰਾਤ ਦਾ ਸਮਾਂ ਜਦੋਂ ਸਟੇਸ਼ਨ ਤੇ ਗਈਆਂ ਨੇ ਮਾਂ ਨੂੰ ਲੈਣ ਦੇ ਲਈ, ਪਿਤਾ ਵੀ ਅਕਾਲ ਚਲਾਣਾ ਕਰ ਗਏ ਨੇ, ਕੋਈ ਭਰਾ ਨਹੀਂ, ਕੱਲੀਆਂ ਨੇ ਦੋਵੇਂ। ਮਾਂ ਬਾਹਰ ਗਈ ਹੈ ਤੇ ਉਸ ਨੂੰ ਲੈਣ ਲਈ ਸਟੇਸ਼ਨ ਤੇ ਜਦੋਂ ਪਹੁੰਚੀਆਂ ਨੇ, ਉਸ ਵੇਲੇ ਦਾਸ 2002 ਦੇ ਵਿੱਚ ਉੱਥੋਂ ਨਿਕਲਿਆ ਸੀ ਅਨੰਦਪੁਰ ਸਾਹਿਬ ਤੋਂ ਕੋਰਸ ਕਰਕੇ ਸਿੰਘ ਮਿਸ਼ਨਰੀ ਕਾਲਜ ਤੋਂ ਕਥਾਵਾਚਕ ਦਾ। ਤੇ ਉਸ ਤੋਂ ਬਾਅਦ ਦੀ ਇਹ ਗੱਲ ਹੈ, ਘਟਨਾ ਹੈ। ਤੇ ਉਸ ਵੇਲੇ ਦੋ ਬੱਚੀਆਂ ਜਦੋਂ ਸਟੇਸ਼ਨ ਤੇ ਪਹੁੰਚੀਆਂ ਨੇ, ਸਟੇਸ਼ਨ ਸੁਨਸਾਨ ਤੇ ਪੈਂਦਾ, ਭਾਵੇਂ ਸਾਹਮਣੇ ਜੀਟੀ ਰੋਡ ਚੱਲਦਾ ਪਰ ਅੰਦਰ ਜਾ ਕੇ ਸੁਨਸਾਨ ਹੋ ਜਾਂਦਾ ਹੈ, ਕਿਉਂਕਿ ਪਿਛਲੇ ਪਾਸੇ ਜਿਹੜਾ ਹੈ ਪੇੜਾਂ ਦਾ ਝੁੰਡ ਹੈ, ਫਿਰ ਪਿੰਡ ਹੈ ਔਰ ਖੇਤ ਹੀ ਖੇਤ ਪੈਂਦੇ ਨੇ, ਇਸ ਲਈ ਸੁਨਸਾਨ ਹੈ ਪਿੱਛੇ, ਔਰ ਸਿਰਫ ਅੱਗੇ ਸੜਕ ਹੈ। ਤੇ ਉਸ ਤੋਂ ਬਾਅਦ ਅੰਦਰ ਜਦੋਂ ਚਲੇ ਜਾਓ ਤਾਂ ਸੁਨਸਾਨ ਦੇ ਵਿੱਚ ਹੀ ਸਾਰਾ ਹੈ। ਤੇ ਇੱਕ ਰੇਲ ਪਟੜੀ ਕੋਲੋਂ ਲੰਘਦੀ ਹੈ, ਹੁਣ ਭਾਵੇਂ ਉਸ ਦਾ ਵਿਸਤਾਰ ਹੋ ਗਿਆ ਹੋਵੇ। ਖੈਰ, ਉਸ ਵੇਲੇ ਜਿਹੜਾ ਮਾਹੌਲ ਸੀ, ਕਹਿੰਦੇ ਬੱਚੀਆਂ ਦੋਵੇਂ ਉੱਥੇ ਸਟੇਸ਼ਨ ਤੇ ਪਹੁੰਚੀਆਂ ਨੇ ਤੇ ਸਟੇਸ਼ਨ ਤੇ ਪਹੁੰਚਣ ਤੋਂ ਬਾਅਦ ਬੈਠੀਆਂ ਨੇ, ਇੰਤਜ਼ਾਰ ਕਰਨ ਲੱਗੀਆਂ ਨੇ, ਗੱਡੀ ਲੇਟ ਹੈ। ਤੇ ਉੱਥੇ ਦੋ ਸਿਪਾਹੀ ਸਨ ਔਰ ਸਿਪਾਹੀਆਂ ਦਾ ਮਨ ਮੈਲਾ ਹੋ ਗਿਆ। ਜਿਹੜੇ ਰਕਸ਼ਾ ਲਈ ਖੜੇ ਸਨ ਉਹੀ ਭਖਸ਼ਕ ਬਣ ਗਏ। ਪਾਓ ਜਿਨ੍ਹਾਂ ਨੇ ਰਕਸ਼ਾ ਕਰਨੀ ਸੀ ਧੀਆਂ ਭੈਣਾਂ ਦੀ, ਆਏ ਗਏ ਮੁਸਾਫਰਾਂ ਦੀ, ਉਹੀ ਭਖਸ਼ਕ ਬਣ ਗਏ ਨੇ। ਉਹਨਾਂ ਦੀ ਨਜ਼ਰ ਮੈਲੀ ਹੋ ਗਈ ਹੈ। ਜਦੋਂ ਹੱਥ ਪਾਇਆ, ਜਦੋਂ ਰਕਸ਼ਕ ਹੀ ਭਖਸ਼ਕ ਬਣ ਜਾਣ ਤੇ ਉਸ ਵੇਲੇ ਧੀਆਂ ਭੈਣਾਂ ਕੀ ਕਰਨ ਦੱਸੋ? ਉਹਨਾਂ ਕੋਲ ਇੱਕੋ ਹੀ ਹੀਲਾ ਵਸੀਲਾ ਹੈ, ਜੇ 5 ਕਕਾਰੀ ਵਰਦੀ ਹੈ ਤੇ ਆਪਣੇ ਆਪ ਨੂੰ ਬਚਾ ਸਕਦੀਆਂ, ਜੇ ਟ੍ਰੇਨਡ ਨੇ ਤੇ ਆਪਣੇ ਆਪ ਨੂੰ ਬਚਾ ਸਕਦੀਆਂ ਨੇ, ਜੇ ਆਪਣੀ ਪ੍ਰੋਟੈਕਸ਼ਨ ਕਰਨੇ ਜਾਣਦੀਆਂ ਨੇ ਤੇ ਆਪਣੇ ਆਪ ਨੂੰ ਬਚਾ ਸਕਦੀਆਂ। ਤੇ ਉਸ ਵੇਲੇ ਧੀਆਂ ਭੈਣਾਂ ਨੇ ਜਦੋਂ ਵੇਖਿਆ ਹਮਲਾ ਹੋਇਆ ਹੈ, ਹੱਥ ਤੇ ਪੈਣ ਲੱਗਾ ਹੈ, ਤੇ ਉਸ ਵੇਲੇ ਇੱਕ ਨੇ ਕਿਰਪਾਨ ਧੂ ਲਈਏ ਤੇ ਉਸਨੇ ਕਿਰਪਾਨ ਢਿੱਡ ਦੇ ਵਿੱਚ ਮਾਰਨੀ ਸ਼ੁਰੂ ਕੀਤੀ ਹੈ ਸਿਪਾਹੀ ਦੇ। ਇਸ ਤਰ੍ਹਾਂ ਦੂਜੀ ਭੈਣ ਨੇ ਵੀ ਕਿਰਪਾਨ ਕੱਢੀ ਹੈ ਤੇ ਦੋਵਾਂ ਨੇ ਲਹੂ ਲੁਹਾਨ ਕਰ ਦਿੱਤਾ ਹੈ। ਇੰਨੇ 'ਚ ਗੱਡੀ ਵੀ ਆ ਗਈ ਹੈ, ਭੀੜ ਜਮ੍ਹਾਂ ਹੋ ਗਈ ਹੈ, ਮਾਂ ਉਤਰੀ ਹੈ। ਸਵੇਰ ਹੁੰਦਿਆਂ ਤੱਕ ਰੌਲਾ ਪੈ ਗਿਆ। ਸਾਰੀਆਂ ਸੰਸਥਾਵਾਂ ਨੇ ਔਰ ਉੱਥੋਂ ਦੀ ਸਰਕਾਰ ਨੇ ਉਸ ਵੇਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਕਿ ਇਹਨਾਂ ਨੇ ਆਪਣੀ ਪ੍ਰੋਟੈਕਸ਼ਨ ਆਪ ਕੀਤੀ ਹੈ। ਕਿਸੇ ਭਰਾ ਨੂੰ ਨਹੀਂ ਉਡੀਕਿਆ, ਕਿਸੇ ਬੰਦੇ ਨੂੰ ਨਹੀਂ ਉਡੀਕਿਆ, ਬਲਕਿ ਆਪਣੀ ਪ੍ਰੋਟੈਕਸ਼ਨ ਆਪ ਕੀਤੀ ਹੈ। ਉਸ ਸਟੇਸ਼ਨ ਤੇ ਖੜੇ ਹੋ ਕੇ ਆਪਣੀ ਰਕਸ਼ਾ ਆਪ ਕੀਤੀ ਹੈ ਤੇ ਮਾਈ ਭਾਗੋ ਦਾ ਅਵਾਰਡ ਉਹਨਾਂ ਨੂੰ ਦਿੱਤਾ ਗਿਆ ਹੈ। ਬੱਚਿਆਂ ਨੂੰ ਹਰ ਵੇਲੇ ਆਪਣੀ ਪ੍ਰੋਟੈਕਸ਼ਨ ਲਈ ਆਪ ਤਿਆਰ ਕਰੀਏ। ਔਰ ਬੱਚੀ ਕਿਸੇ ਦੀ ਗੁਲਾਮ ਨਹੀਂ ਹੈ, ਔਰਤ ਕਿਸੇ ਦੀ ਗੁਲਾਮ ਨਹੀਂ ਹੈ, ਇਸ ਲਈ ਆਪਣੀ ਪ੍ਰੋਟੈਕਸ਼ਨ ਲਈ ਆਪ ਤਿਆਰ ਹੋਈਏ। ਮਾਡਰਨ ਜ਼ਮਾਨੇ ਤੋਂ ਦੂਰ ਗੁਰੂ ਦੀ ਸਿੱਖੀ ਵਾਲੇ ਪਾਸੇ ਆਈਏ, ਬਾਣੀ ਤੇ ਬਾਣੇ ਦੇ ਧਾਰਨੀ ਹੋਈਏ, ਤਾਂ ਕਿ ਕੋਈ ਵੀ ਮੈਲੀ ਨਜ਼ਰ ਸਾਡੇ ਤੇ ਨਾ ਪੈ ਸਕੇ ਔਰ ਅਸੀਂ ਆਪਣੀ ਰੱਖਿਆ ਆਪ ਕਰ ਸਕੀਏ। ਇਤਨੇ ਬਚਨ ਪ੍ਰਵਾਨ ਕਰਨਾ। ਔਰ ਰੱਖੜੀ ਦਾ ਤਿਉਹਾਰ ਜਿਹੜਾ ਹੈ, ਇਹ ਦਕਿਆਂ ਨੂੰ ਸੀ ਤਿਉਹਾਰ ਹੈ ਜਿਹੜਾ ਸਾਡੇ ਗਲੇ ਪਾਇਆ ਗਿਆ। ਇਸ ਲਈ ਇਸ ਤਿਉਹਾਰ ਤੋਂ ਆਪਾਂ ਜਿੰਨੀ ਜਲਦੀ ਹੋ ਸਕਦਾ ਹੈ ਉਹ ਲਾਂਭੇ ਹੋਈਏ ਔਰ ਗੁਰੂ ਦੇ ਤਿਉਹਾਰਾਂ ਨੂੰ, ਗੁਰੂ ਦੇ ਪਿਆਰ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਈਏ। ਸਤਿਗੁਰ ਕਿਰਪਾ ਕਰਨ, ਮਿਹਰ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਟਿਕ ਕੇ ਕਥਾ ਵਿਚਾਰ ਨੂੰ ਸਰਵਣ ਕੀਤਾ ਹੈ। ਔਰ ਮੇਰੀ ਪਿਛਲੀ ਕਿਰਪਾ ਕਰਨ, ਮਿਹਰ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਮੇਰੀ ਪਿਛਲੀ ਵੀਡੀਓ ਨੂੰ ਵੀ ਆਪਣੇ ਅਥਾਹ ਪਿਆਰ ਦਿੱਤਾ ਹੈ, ਭਾਵੇਂ ਲੌਂਗ ਵੀਡੀਓ ਨੇ, ਭਾਵੇਂ ਸ਼ਾਰਟ ਵੀਡੀਓ ਨੇ, ਸਾਰਿਆਂ ਨੂੰ ਆਪ ਨੇ ਅਥਾਹ ਪਿਆਰ ਦਿੱਤਾ ਹੈ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਉਹਨਾਂ ਸਤਸੰਗੀ ਜਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ, ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ, ਨਵੇਂ ਆਏ ਨੇ, ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ, ਤਾਂ ਕਿ ਪਿੱਛੇ ਇੱਕ ਵਿਚਾਰ ਚੱਲਦੀ ਆ ਰਹੀ ਹੈ। ਅੱਜ ਮੈਂ ਉਹ ਵਿਚਾਰ ਸਾਂਝੀ ਨਹੀਂ ਕੀਤੀ ਆਪ ਜੀ ਨਾਲ। ਜਪਜੀ ਸਾਹਿਬ ਦੀ ਲੜੀਵਾਰ ਵਿਚਾਰ ਜਿਹਦੇ 3 ਪਾਰਟ ਆ ਚੁੱਕੇ ਨੇ, ਚੌਥਾ ਭਾਗ ਮੈਂ ਆਪ ਜੀ ਦੇ ਸਾਹਮਣੇ ਕਰਾਂਗਾ। ਹੁਕਮੀ ਹੋਵਨ ਆਕਾਰ ਤੋਂ ਅਗਲੀ ਪੌੜੀ ਜਿਹੜੀ ਹੈ ਉਹ ਆਪ ਜੀ ਦੇ ਸਾਨੂੰ 1-2 ਦਿਨਾਂ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗਾ। ਇੱਥੇ ਇੰਨੇ ਕੁ ਵਿਚਾਰਾਂ ਨਾਲ ਆਪ ਜੀ ਤੋਂ ਖਿਮਾ ਦਾ ਜਾਚਕਾਂ। ਆਪ ਸਾਰਿਆਂ ਨੂੰ ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਪਰਿਵਾਰਾਂ ਦੇ ਵਿੱਚ ਖੁਸ਼ੀਆਂ ਪ੍ਰਸੰਨਤਾ ਬਖਸ਼ਿਸ਼ ਕਰਨ। ਇਤਨੀਆਂ ਵਿਚਾਰਾਂ ਕਰਦਾ ਹੋਇਆ ਆਪ ਜੀ ਤੋਂ ਫਤਿਹ ਦਾ ਜਾਚਕਾਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ